ਅਸੀਂ ਬੰਦਾ ਦੇ ਦੇने सर मैंने 30,000 रुपया देंगे। गुर्दों की गैर कानूनी पैबंदकारी के धंधे में मुलविस मां और बेटा पकड़े गए। ये गुर्दा चुराने और बेचने के लिए किन अफराद को अपने जाल में फंसाते और कितने पैसों का लालच देते थे। कोई कार्रवाई करेंगे तो तेन मार देंगे कि सोचा भी है मेरा गुर्दा काट सकते हैं तो शायद मेरे नाल मार भी सकते हैं। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। सफिया बीबी, क्या हुआ था कि आपने वाकई में उस शख्स के शहरी के गुर्दे निकाले? नहीं मैंने नहीं निकाले। फिर कौन था? मानत था। मानत। अमानत क्या लगता है आपका? कुछ नहीं। कितने दिन रहने वाले हो? ਅਰਾਈਆਂ ਅਰਾਈਆਂ ਤੇ ਕੌਣ ਤੁਹਾਡੇ ਨਾਲ ਸੀ ਜਦੋਂ ਤੁਸੀਂ ਗੁਰਦੇ ਨਿਕਾਲਦੇ ਸੀ? ਕਿੰਨੇ ਕੋ ਲੋਕਾਂ ਦੇ ਕੱਟ ਚੁੱਕੇ ਹਾਲੀ ਤੱਕ? ਭਾਈ ਮੈਨੂੰ ਨਾ ਮੈਂ ਤਾਂ ਸ਼ਰੀਫ ਸਿਟੀ 2-4 ਵਾਰੀ ਬੰਦੇ ਦਿੱਤੇ ਬਸ ਉਸ ਤੋਂ ਬਾਅਦ ਕੁਝ ਕਿਹਨੂੰ ਦਿੱਤੇ ਨੇ ਤੁਸੀਂ ਬੰਦੇ? ਡਾਕਟਰ ਫਵਾਦ ਨੂੰ। ਡਾਕਟਰ ਫਵਾਦ ਨੂੰ? ਹਾਂ। ਤੇ ਕਿੰਨੇ ਪੈਸੇ ਤੁਹਾਨੂੰ ਮਿਲਦੇ ਸੀ? 30,000 ਰੁਪਇਆ। ਬਾਈ ਕੀ ਮੈਂ ਕਿਉਂ ਨਾ ਰਹੀ ਆ ਪੁੱਤਰ, ਮੈਨੂੰ ਕੀ ਪਤਾ ਕਿਉਂ ਮੈਂ ਤਾਂ 3 ਸਾਲ ਹੋ ਗਏ ਮੰਜੀ ਤੇ ਪਈ ਨੂੰ। ਨਹੀਂ, ਤੁਸੀਂ ਬੰਦੇ ਸਿਰਫ ਦਿੰਦੇ ਸੀ, ਕੱਟਦੇ ਨਹੀਂ ਸੀ ਗੁਰਦੇ। ਮੈਂ ਕਹਾਂ ਤੂੰ ਕਰਨੇ ਸੀ, ਮੈਂ ਡਾਕਟਰ ਵਾਂ, ਮੈਨੂੰ ਦੱਸੋ ਮੈਂ ਡਾਕਟਰ ਵਾਂ। ਤੇ ਉਹਨਾਂ ਨੂੰ ਡਾਕਟਰਾਂ ਨੂੰ ਤੁਸੀਂ ਜਾਣਦੇ ਹੋ ਸਾਰੇ ਕੌਣ ਹੁੰਦਾ ਸੀ? ਕਿੱਥੇ ਗੁਰਦੇ ਕਢਵਾਉਂਦੇ ਸੀ ਤੁਸੀਂ? ਮੈਨੂੰ ਨਹੀਂ ਪਤਾ। ਡਾਕਟਰ ਫਵਾਦ ਸੀ ਅੱਛਾ, ਉਦੋਂ ਹੈਗਾ ਸੀ ਬਸ, ਉਹਦੇ ਰੈਗੂਲਰ ਹੁੰਦੇ ਸੀ, ਰੈਗੂਲਰ ਦੇਣੀ ਸਾਂ। ਰੈਗੂਲਰ? ਹਾਂ, ਉਹ ਇੱਕ ਬੰਦਾ ਰੈਗੂਲਰ ਹੁੰਦਾ ਸੀ ਰੋਜ਼ ਦਾ? ਇੱਕ ਬੰਦਾ ਕੋਈ 6 ਮਹੀਨਿਆਂ ਪਿੱਛੇ ਇੱਕ ਆਇਆ, ਕਦੀ 5 ਮਹੀਨਿਆਂ ਦਾ ਸੀ। ਕਿਹੜਾ ਸਾਡਾ ਕਾਰੋਬਾਰ ਸੀ? ਤੇ ਪੈਸੇ ਘੱਟ ਨਹੀਂ ਮਿਲਦੇ ਸੀ? ਤੁਸੀਂ ਅੱਗੇ ਕਿੰਨਾ ਲਾਲਚ ਦਿੰਦੇ ਸੀ ਜਿਹਦਾ ਗੁਰਦਾ ਕੱਟਦੇ ਸੀ? ਪੈਸੇ ਦੇਣੀ ਸਾਂ ਨਾ, ਮੈਂ ਲੈਣੀ ਸਾਂ, ਮੈਨੂੰ 30,000 ਰੁਪਇਆ ਦਿੰਦੇ ਸੀ। ਤੇ ਤੁਹਾਡੇ ਬੇਟੇ ਨੂੰ ਕਿੰਨਾ ਮਿਲਦਾ ਸੀ? ਉਹ ਤਾਂ ਵਿਚਾਰਾ ਹਾਲੇ ਹੁਣ 21 ਸਾਲ ਦਾ ਹੋਇਆ ਹੈ। ਅਸੀਂ ਤਾਂ ਕਦੀ ਇਹੋ ਜਿਹਾ ਕੰਮ ਨੂੰ ਉਹਨਾਂ ਆਫਿਸ ਬੁਆਏ ਲੱਗਾ ਹੈ ਕਿੱਥੇ? ਦਫ਼ਤਰ 'ਚ ਕਿਸੇ 'ਚ। ਤੇ ਉਹ ਨਹੀਂ ਕਰਦਾ ਸੀ? ਨਾ, ਉਹਨੂੰ ਜੂ ਫੜਿਆ ਇਹਨਾਂ ਨੇ? ਉਹ ਮੇਰੀ ਵਜ੍ਹਾ ਤੋਂ ਲੈ ਕੇ ਆਏ ਪਰਸੋਂ ਮੇਰੇ ਨਾਲ। ਉਹਨੇ ਅਸੀਂ ਕਸਮ ਖੁਦਾ ਕੁਰਾਨ ਪਾਕ ਹੱਥ ਰੱਖ ਕੇ ਕਸਮ ਖਾਂਦੇ ਆ, ਅਸੀਂ ਕਦੀ ਮੇਰੇ ਬੱਚਿਆਂ ਨੇ ਕੰਮ ਨਹੀਂ ਕੀਤਾ। ਤੇ ਇਹ ਕਹਿੰਦੇ ਨੇ ਕਿ ਜੀ ਇਹ ਪੂਰਾ ਗੈਂਗ ਹੈਗਾ, ਖਾਤੂਨ ਹੈਗੀ, ਉਹਦਾ ਬੱਚਾ ਹੈਗਾ, ਔਰ ਵੀ ਡਾਕਟਰ ਵੀ ਹੈਗੇ ਇਹਨਾਂ ਨੂੰ। ਡਾਕਟਰ ਫਵਾਦ ਜਿਹੜਾ ਫੜਿਆ ਆਇਆ ਪਹਿਲੇ ਤੋਂ ਜੇਲ੍ਹ ਦੇਗਾ, ਉਹ ਇਹਨਾਂ ਨੂੰ ਲੀਡ ਕਰ ਰਿਹਾ ਸੀ, ਸਰਬਰਾਹੀ ਉਹ ਕਰਦਾ ਸੀ ਜੀ। ਬਸ ਸਾਨੂੰ ਨਹੀਂ ਪਤਾ ਕੀ ਕਰ ਰਿਹਾ ਸੀ, ਸਿਰਫ ਡਾਕਟਰ ਫਵਾਦ ਨੂੰ ਅਸੀਂ ਬੰਦਾ ਦੇ ਦੇਣੇ ਸਾਂ, ਕਦੀ 6 ਮਹੀਨਿਆਂ ਪਿੱਛੋਂ, ਕਦੀ ਸਾਲ ਪਿੱਛੋਂ। ਅਖੀਰ ਕਦੋਂ ਦਿੱਤਾ ਸੀ ਬੰਦਾ ਤੁਸੀਂ? 2020 ਤੋਂ ਬਾਅਦ ਮੈਂ ਉਹਦੇ ਨਾਲ ਮਿਲੀ ਵੀ ਨਹੀਂ। ਮਿਲੀ ਵੀ ਨਹੀਂ ਤੁਸੀਂ? ਮਿਲੇ ਵੀ ਨਹੀਂ। ਇਹ ਵਾਹਦ ਉਹਦੀ ਟੀਮ ਦਾ ਕੋਈ ਮੈਂਬਰ ਤੁਹਾਡੇ ਨਾਲ ਰਾਬਤਾ ਕੀਤਾ ਕਿ ਬੰਦੇ ਲੈ ਕੇ ਆਓ, ਸਾਨੂੰ ਗੁਰਦਾ ਕੱਢਣ ਵਾਸਤੇ ਕੋਈ ਚਾਹੀਦਾ? ਮੈਂ ਇੱਕ ਬੰਦਾ ਵੀ ਨਹੀਂ ਮੈਨੂੰ ਮਿਲਿਆ। ਜਿਹਦੇ ਕੋਲ ਤੁਸੀਂ ਰਾਬਤਾ ਕਰਦੇ ਸੀ, ਕਿੰਨੇ ਪੈਸੇ ਦਾ ਲਾਲਚ ਦਿੰਦੇ ਸੀ? ਬਸ ਮੈਨੂੰ ਨਹੀਂ ਪਤਾ, ਡਾਕਟਰ ਹੀ ਆਪਸ ਚ ਤੁਸੀਂ ਡੀਲ ਨਹੀਂ ਕਰਦੇ ਸੀ ਕਿ ਜਿਵੇਂ ਅਮਾਨਤ ਕਰਦਾ ਸੀ? ਹਾਂ। ਅਮਾਨਤ ਕਿੱਥੇ ਹੈਗਾ? ਮਰ ਗਿਆ 2 ਮਰ ਸਾਲ ਗਿਆ? ਹੋ ਗਿਆ। 21 ਚ ਮਰ ਗਿਆ ਸੀ। ਬਸ ਭਾਈ ਇਧਰ ਹੋ ਜਾ, ਮੈਂ ਤਬੀਅਤ ਤੁਸੀਂ ਇਹ ਗਲਤ ਕੰਮ ਹੀ ਕਰ ਰਹੇ ਸੀ ਨਾ, ਅਗਰ ਤੁਸੀਂ ਬੰਦਾ ਵੀ ਦਿੰਦੇ ਸੀ ਉਹਨਾਂ ਨੂੰ। ਭਾਈ ਕੀ ਮੇਰੀ ਕਹਿੰਦੇ ਹੋ? ਪਛਤਾਵਾ ਹੈਗਾ? ਪਛਤਾਵਾ ਮੇਰੀ ਗਾਸਾਂ ਮਜਬੂਰੀਆਂ ਬੜਾ ਇਨਸਾਨ ਨੂੰ ਕੁਝ ਕਰਾ ਦਿੰਦੀਆਂ। ਪੰਜ ਇਸ ਤਰ੍ਹਾਂ ਦੀ ਮਜਬੂਰੀ ਹੈ? ਇਹ ਜਿਹੜਾ ਕੰਮ ਤੁਸੀਂ ਕਰ ਰਹੇ ਸੀ ਇਹ ਬਹੁਤ ਜ਼ਰੂਰੀ ਸੀ? क्या हुआ? नहीं पता किसके गुर्दे निकालते थे? मुझे नहीं पता। क्यों, तुम्हें नहीं पता? किस लिए पकड़ा? नहीं पता मुझे। वालदा का साथ नहीं देते? नहीं, मैं नहीं देता किसी का भी कहाँ साथ। क्या करते हो तुम? मैं ऑफिस बॉय हूँ, कहाँ पर? प्रॉपर्टी डीलरी में। पहले भी तो एक पर्चा हुआ है तुम पे, किस चीज का पर्चा होता है? रिकॉर्ड याफ्ता हो? जी सर। किस चीज का पर्चा है? किसी और चीज़ का सर। नहीं तो गुर्दा कैसे निकलवाते थे, कैसे बंदे को काहिल करते थे, कितने पैसों का लालच देते मुझे थे? नहीं पता है? मुझे नहीं पता। नहीं, फिर किसको पता है? ना मैं किसी को कायल करता हूँ ना। नहीं, पुलिस ने कैसे पकड़ा फिर? आपकी मेहरबानी, मुझे बस करें आप। नहीं, वालदा मुलविस है? नहीं नहीं नहीं। वालदा मुलविस है? नहीं, दोनों ना मिलके मैं निकलवाते मुलविस, थे? ना मेरी वालदा मुलविस है, ना मैं मुलविस हूँ, ना मेरी वालदा नहीं, मुलविस। फिर कैसे पकड़ लिया पुलिस सर ने? हम दोनों ही नहीं मुलविस, आपकी मेहरबानी बस कर दें सर। ये है हमारे साथ जो खातून है, उसका बेटा, और ये कहता है कि जी मैंने कुछ नहीं किया, और इतना घिनौना काम किया इन लोगों ने कि जिसकी कोई मिसाल नहीं मिल सकती। और अब ये लोग कह रहे हैं कि हमने कुछ नहीं किया, हम बेगुनाह हैं, हमसे बात नहीं हो रही है, हमारी तबीयत ख़राब हो गई है। तो नाज़रीन, अब चलते हैं उस शहरी के पास जिसका इन्होंने गुर्दा निकलवाया, उसको पैसों का लालच दिए थे, पैसे भी नहीं दिए। अब उससे भी जाके बात करते हैं और पूछते हैं कि वो इनके साथ कैसे मिला, इन्होंने कैसे उसे काहिल किया। आइए चलते हैं। नाज़रीन, हमारे साथ मोहम्मद नईम मौजूद है, शहरी जिसकी किडनी निकाली गई इलीगल। इससे बात करते हैं। नईम, क्या हुआ था? ना मेरे ना धोखेबाजी ना मेरा गुर्दा गड़िया सी। मतलब कि मैं मजदूरी करदा सी, मजदूरी काम दे बहाने लै गए सी। मजदूरी करदा सी ते उत्थे एक मुंडा मेरा दोस्त बनया, अरशद नाम दा शख्स, वो मैनू लै गया अमानत पड़ू।
ਅਮਾਨਤ ਹੈਗਾ। ਫਿਰ ਮੈਨੂੰ ਆਂਟੀ ਨਾਲ ਮਿਲਾਇਆ, ਆਂਟੀ ਕੋਲ ਲੈ ਗਿਆ ਜਨਾ ਹਸਪਤਾਲ। ਜਨਾ ਹਸਪਤਾਲ ਇਹਨਾਂ ਮੇਰੇ ਨਾਲ ਸਾਰਾ ਟੈਸਟ ਵਗੈਰਾ ਕਰਵਾਏ। ਉੱਥੇ ਜਾ ਕੇ ਇਹਨਾਂ ਮੈਨੂੰ ਬੇਹੋਸ਼ ਕੀਤਾ, ਗੱਡੀ ਵਿੱਚ ਬੇਹੋਸ਼ ਕਰਕੇ ਪਤਾ ਨਹੀਂ ਇਸਲਾਮਾਬਾਦ ਲੈ ਕੇ ਕਿਤੇ ਲੈ ਕੇ। ਅਗਲੇ ਦਿਨ ਮੈਨੂੰ 2 ਦਿਨਾਂ ਬਾਅਦ ਹੋਸ਼ ਆਇਆ ਤੇ ਵੇਖ ਕੇ ਮੇਰਾ ਗੁਰਦਾ ਨਿਕਲਿਆ ਹੋਇਆ ਸੀ। ਫਿਰ ਇਹਨਾਂ ਮੈਨੂੰ ਧਮਕਾਇਆ ਵੀ ਅਗਰ ਤੂੰ ਕੁਛ ਕਰੇਂਗਾ ਜਾਂ ਕੋਈ ਕਾਰਵਾਈ ਕਰੇਂਗਾ ਤਾਂ ਤੈਨੂੰ ਮਤਲਬ ਕਿ ਇਹਨਾਂ ਦੇ ਹੱਥ ਬਹੁਤ ਲੰਬੇ ਹਨ, ਤੈਨੂੰ ਮਾਰ ਦੇਣਗੇ, ਕੁਛ ਵੀ ਕਰ ਦੇਣਗੇ। अच्छा आपको इस तरह कहते थे? ਹਾਂ ਜੀ, ਮੈਨੂੰ ਧਮਕਾਉਂਦੇ ਸੀ। ਤੇ ਮੇਰਾ ਗੁਰਦਾ ਨਿਕਲ, ਮੈਂ ਕਿ ਸੋਚਿਆ ਵੀ ਇਹ ਮੇਰਾ ਗੁਰਦਾ ਕੱਢ ਸਕਦੇ ਹਨ ਤੇ ਸ਼ਾਇਦ ਮੇਰੇ ਨਾਲ ਮਾਰ ਵੀ ਸਕਦੇ ਹਨ। ਮੈਂ ਜਦੋਂ ਤੁਹਾਡਾ ਗੁਰਦਾ ਕੱਢਿਆ, ਤਬੀਅਤ ਖਰਾਬ ਰਹਿੰਦੀ ਸੀ ਤੁਹਾਡੀ, ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲਿਆ, ਕੀ ਫੀਲਿੰਗ ਆਈ ਤੁਹਾਨੂੰ? ਜਦੋਂ ਗੁਰਦਾ ਮੇਰਾ ਨਿਕਲਿਆ ਸੀ ਉਦੋਂ ਮੈਨੂੰ ਬੇਇੰਤਹਾ ਸ਼ਦੀਦ ਦਰਦ ਸੀ ਨਾ। ਜਦੋਂ ਮੈਨੂੰ ਹੋਸ਼ ਆਇਆ ਤਾਂ ਬਹੁਤ ਜ਼ਿਆਦਾ ਦਰਦ ਸੀ। ਤੇ ਫਿਰ ਕੀ ਹੋਇਆ, ਤੁਸੀਂ ਕਿਸ ਤਰ੍ਹਾਂ ਪੁਲਿਸ ਦੇ ਕੋਲ ਪਹੁੰਚੇ ਹੋ, ਕਿਹਨੇ ਕਿਹਾ ਤੁਹਾਨੂੰ? ਪੁਲਿਸ ਦੇ ਕੋਲ ਤੇ ਮੈਂ ਪਹੁੰਚਾ ਉਦੋਂ ਸਰ ਜਦੋਂ ਮੈਂ ਬਹੁਤ ਜ਼ਿਆਦਾ ਬਿਮਾਰ, ਮਤਲਬ ਹੈ ਕਿ ਉਹ ਮੇਰਾ ਇਲਾਜ ਹੋਣ ਤੋਂ ਬਾਅਦ ਅਮਾਨਤ ਕੋ ਮੇਰਾ ਇਲਾਜ ਹੁੰਦਾ ਰਿਹਾ ਸੀ। ਉਹਦੇ ਮਾਨਤ ਕੌਣ ਹੈਗਾ? ਅਮਾਨਤ ਇਹਦਾ ਹੀ ਬੰਦਾ ਹੈਗਾ ਸੀ ਸਰ, ਇਹਦਾ ਡੀਲਰ ਹੈਗਾ ਸੀ। ਉਹਦੇ ਕੋਲ ਮੇਰਾ ਇਲਾਜ ਹੁੰਦਾ ਰਿਹਾ। ਉਹ ਕਹਿੰਦਾ ਕਿ ਜੋ ਵੀ ਪੈਸੇ ਸੀ ਤੇਰੇ ਇਲਾਜ ਤੋਂ ਸਾਰੇ ਲੱਗ ਗਏ, ਹੁਣ ਕੋਈ ਮਤਲਬ ਹੈ ਕਿ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ। ਫਿਰ ਉੱਥੋਂ ਮੈਂ ਚਲਾ ਗਿਆ ਤਕਰੀਬਨ ਕੋਈ 40 ਦਿਨਾਂ ਬਾਅਦ। ਮੈਂ ਵੀ ਡਰ ਗਿਆ ਸੀ, ਅਮਾਨਤ ਨੇ ਵੀ ਮੈਨੂੰ ਡਰਾਇਆ ਵੀ ਇਹ ਬੰਦੇ ਖਤਰਨਾਕ ਹੈਗੇ ਤੇ ਤੂੰ ਇਹਨਾਂ ਦੇ ਨਾਲ ਕੋਈ ਕਾਰਵਾਈ ਨਹੀਂ ਕਰਨੀ। ਮੈਂ ਡਰ ਗਿਆ ਸੀ। ਮੈਂ ਉੱਥੋਂ ਫਿਰ ਚਲਾ ਗਿਆ। ਤਕਰੀਬਨ 1.5 ਮਹੀਨੇ ਬਾਅਦ ਮੈਨੂੰ ਆ ਬਿਮਾਰੀ ਸ਼ੁਰੂ ਹੋਈ। ਮਤਲਬ ਕਿ ਮੇਰਾ ਬਿਮਾਰੀ ਕੀ ਸ਼ੁਰੂ ਹੋਈ? ਦੂਜਾ ਗੁਰਦਾ ਮੇਰਾ ਖਰਾਬ ਹੋ ਗਿਆ ਸੀ ਤੇ ਉਦੋਂ ਬਾਅਦ ਫਿਰ ਮੈਂ ਆਪਣਾ ਇਲਾਜ ਲੋਕਲ ਇਲਾਜ ਕਰਵਾਉਂਦਾ ਰਿਹਾ, ਡਾਕਟਰੀ ਹਕੀਮਾਂ ਕੋਲੋਂ। ਇਵੇਂ ਕਰਕੇ ਮੈਨੂੰ ਕੋਈ ਤੇ ਲਾਹੌਰ 'ਚ ਹੀ? ਹਾਂਜੀ, ਕੋਈ ਆਰਾਮ ਨਹੀਂ ਮੈਨੂੰ ਆਇਆ। ਫਿਰ ਮੈਂ ਸੋਚਿਆ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਫਿਰ ਮੈਂ ਗਿਆ ਆਪਣੇ ਅੱਬੂ ਕੋਲ ਪਿੰਡ। ਫਿਰ ਜਾ ਕੇ ਮੈਂ ਸਾਰਾ ਵਾਕਿਆ ਆਪਣੇ ਅੱਬੂ ਨੂੰ ਦੱਸਿਆ। ਜਦ ਮੇਰੇ ਅੱਬੂ ਨੂੰ ਤਾਂ ਪਤਾ ਹੀ ਨਹੀਂ ਹੈਗਾ ਸੀ ਪਹਿਲੇ ਤੇ, ਜੋ ਮੇਰੇ ਨਾਲ ਗੁਜ਼ਰੀ ਮੈਂ ਉਹਨੂੰ ਨਹੀਂ ਦੱਸਿਆ। ਮੈਂ ਨਾ ਹੀ ਕਿਸੇ ਨੂੰ ਦੱਸਿਆ ਹੈਗਾ। ਮੈਂ ਕਿਹਾ ਜੇ ਐਵੇਂ ਦੱਸਾਂਗਾ ਤਾਂ ਮੇਰਾ ਸਾਰਿਆਂ ਨੂੰ ਪਤਾ ਲੱਗ ਜਾਏਗਾ ਜਾਂ ਮੇਰੇ ਨਾਲ ਕਾਰਵਾਈ ਕੋਈ ਕਰ ਸਕਦੇ ਨੇ। ਫਿਰ ਹਟ ਕੇ ਸਰ ਮੈਂ ਅੱਬੂ ਨੂੰ ਦੱਸਿਆ। ਅੱਬੂ ਨੇ ਫਿਰ ਮੈਨੂੰ ਹਸਪਤਾਲ 'ਚ ਐਡਮਿਟ ਕਰਵਾਇਆ। ਕਿਹੜੇ ਹਸਪਤਾਲ 'ਚ? ਉੱਥੇ ਬਾਵਲ ਨਗਰ ਦਾ ਹਸਪਤਾਲ ਹੈਗਾ ਸਾਡਾ ਉੱਥੇ। ਤੁਸੀਂ ਰਹਿਣ ਵਾਲੇ ਬਾਵਲ ਨਗਰ ਦੇ ਹੈਗੇ? ਹਾਂਜੀ, ਉੱਥੇ ਫਿਰ ਮੇਰਾ ਸਿਟੀ ਸਕੈਨ ਵਗੈਰਾ ਸਭ ਕੁਝ ਹੋਇਆ ਤੇ ਉੱਥੋਂ ਉਹਨਾਂ ਨੇ ਕਿਹਾ ਵੀ ਇਹਦਾ ਦੂਸਰਾ ਗੁਰਦਾ ਹੈ ਹੀ ਨਹੀਂ। ਫਿਰ ਮੇਰੇ ਵਾਲਾ ਸਾਹਿਬ ਨੂੰ ਪਤਾ ਲੱਗਾ ਵੀ ਇਹਦਾ ਦੂਸਰਾ ਗੁਰਦਾ। ਫਿਰ ਮੈਂ ਆਦੇ ਵਾਲਾ ਸਾਹਿਬ ਨੂੰ ਸਾਰਾ ਹਾਦਸਾ ਦੱਸਾ। ਫਿਰ ਪੁਲਿਸ ਕੋਲ ਅਸੀਂ ਆਏ। ਹਾਂਜੀ ਸਰ। ਤੇ ਫਿਰ ਪੁਲਿਸ ਨੇ ਕੀ ਮਦਦ ਕੀਤੀ, ਕੀ ਹੋਇਆ? ਪੁਲਿਸ ਨੇ ਸਰ ਬਹੁਤ ਮਿਹਨਤ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ ਪੁਲਿਸ ਨੇ। ਤੇ ਇਹਨਾਂ ਨੇ ਪੈਸੇ ਦਾ ਲਾਲਚ ਵੀ ਦਿੱਤਾ ਸੀ? ਕਿ ਨਾ ਹਾਂਜੀ ਜਿਨ੍ਹਾਂ ਨੇ ਕਿਡਨੀ ਤੁਹਾਡੀ ਕੱਢੀ ਹੈ, ਗੁਰਦਾ ਕੱਢਿਆ ਸੀ, ਇਹਨਾਂ ਨੇ ਲਾਲਚ ਦਿੱਤਾ ਸੀ? ਹਾਂਜੀ, ਇਹਨਾਂ ਲਾਲਚ ਦਿੱਤਾ ਸੀ। ਕੀ ਕਿਹਾ ਸੀ ਇਹਨਾਂ ਨੇ? ਇਹਨਾਂ ਕਿਹਾ ਵੀ ਤੈਨੂੰ ਬਹੁਤ ਜ਼ਿਆਦਾ ਪੈਸੇ ਦੇਵਾਂਗੇ, ਤੇਰਾ ਇਲਾਜ ਵੀ ਕਰਾਂਗੇ, ਸਭ ਕੁਝ ਕਰਾਂਗੇ। ਮੈਂ ਕਿਹਾ ਨਹੀਂ, ਮੈਂ ਨਹੀਂ ਇਹ ਕੰਮ ਕਿੰਨੇ ਕਰਨਾ। ਪੈਸੇ ਕਿਹਾ? ਇਹਨਾਂ ਮੈਨੂੰ 3 ਲੱਖ ਕਿਹਾ ਸੀ ਤਕਰੀਬਨ। ਤੁਸੀਂ ਕਿਉਂ ਇਹਨਾਂ ਦੀ ਗੱਲਾਂ 'ਚ ਹੈ? ਕੀ ਜ਼ਰੂਰਤ ਸੀ ਤੁਹਾਨੂੰ 3 ਲੱਖ ਦੀ? ਦੇਖੋ ਸਰ, ਮੈਂ ਗਰੀਬ ਬੰਦਾ ਹੈਗਾ ਸੀ, ਮਜ਼ਦੂਰ ਸੀ। ਮੈਂ ਕਿਹਾ ਸ਼ਾਇਦ ਕਿਹੜੀ ਮਜ਼ਦੂਰੀ ਕਰਦੇ ਹੋ? ਇਹੋ ਮਿਹਨਤ ਮਜ਼ਦੂਰੀ। ਕਿੱਥੇ, ਕਿਸੇ ਫੈਕਟਰੀ 'ਚ? ਨਹੀਂ ਨਹੀਂ, ਅੱਡੇ 'ਚ ਮਤਲਬ ਕਿ ਮਿਸਤਰੀਆਂ ਨਾਲ। ਤੇ 3 ਲੱਖ ਮਿਲਿਆ ਤੁਹਾਨੂੰ? ਨਹੀਂ ਸਰ, 1 ਰੁਪਿਆ ਹੀ ਨਹੀਂ ਲੱਗਿਆ। ਤੇ ਫਿਰ ਇੱਕ ਤਰ੍ਹਾਂ ਦੇ ਤੁਹਾਡਾ ਗੁਰਦਾ ਵੀ ਚਲਾ ਗਿਆ। ਸ਼ਾਦੀशुदा ਹੈਗੇ ਹੋ? ਹਾਂਜੀ ਹਾਂ, ਕਿੰਨੇ ਬੱਚੇ ਨੇ? 2 ਬੱਚੇ। हमारे साथ इस वक्त एसपी कैंट ऑपरेशंस अवैस शफीक मौजूद हैं। इनसे जानते हैं कि कितने रुकनी ये गैंग है और इनका तरीका वारदात क्या था। ये कुछ तकरीबन 7 के करीब मेंबर्स हैं गैंग के, जिसमें से कुछ मेंबर्स जो हैं वो ऑलरेडी अरेस्टेड हैं। वो पिछली एफआईआर्स में चलान भी हुए हैं और वो अडयाला जेल में है। इनकी जो गैंग लीडर है सफ़िया, जो अभी आपने देखी, वो इनकी गैंग लीडर है और बेटा भी उसका साथ जो एक्यूज़ है और ख़ातून एक ही है उसमें। और इनका तरीका ये है कि उन लोगों को टारगेट्स करते हैं जिनको पैसों की ज़रूरत होती है, जो इलिटरेट होते हैं, और उन लोगों को ये मुख्तलिफ़ तरीक़ों से कायल करते हैं। उनको मैनूवर करके ये किसी ऐसी जगह पर लेके जाते हैं जहाँ पर इन्होंने अपने स्लॉटर हाउसेज या प्राइवेट क्लिनिक्स के लिए बनाए होते हैं शेडी डॉक्टर्स के साथ मिलके। ये आज वाली जो एपिसोड है ये भी उसी की एक वो लिंक है, जिसमें एक ऐसा ऑपरेशन किया गया जो कि ट्रेंड नहीं थे, इलीगली किडनी रिमूव की गई, जिसके बाद उस बंदे का जो विक्टिम है नईम, आपने उसकी हालत देख ली, वो अभी यूरिन बैग लेके कैरी कर रहा है। इन्होंने इनसे कैसे रब्ता किया और कंप्लेनेंट कब आपके पास आया जब ये उन्होंने उसका इलीगल इन्होंने किडनी रिमूव की है? ये हमारे पास को तकरीबन 10 को दिन पहले जो एक कंप्लेनेंट आया था और उसके पास ही वॉज क्लूलेस अबाउट द अक्यूज, उसे कोई आइडिया नहीं था। एक एजेंट का नाम था, वो हमने अभी इसलिए क्लियर नहीं किया क्योंकि हम उस पर काम कर रहे हैं कि ये लोग अप्रोच किस तरह करते हैं। ये जो किडनी रिमूव हुई है ये तकरीबन आज से 7-8 माह पहले रिमूव हुई है और इसमें जो विक्टिम है उसको नहीं पता कि उसकी किडनी रिमूव हो गई है। उसकी जब अभी हेल्थ कॉम्प्लिकेशंस हुई हैं तो उसने डॉक्टर को जाके चेक करवाया तो उसको पता चला है कि आपका एक किडनी रिमूव हो चुका हुआ है। उसके बाद ये एप्लीकेशन आई। ये रहने वाले आरफ वाला के हैं, यहाँ पर डयाला उसके करीब पे मजदूरी करता था आदमी, और इसने किसी से जिक्र किया जिसका मैं अभी नाम नहीं ले सकता कि पैसों की ज़रूरत है। उस बंदे ने इनको इस सफ़िया बेगम से मिलवाया, जिसके बाद इन्होंने सारा ये ऑपरेशन किया। अब ये सफ़िया बेगम और जो लोग मुलजिमान आपने पकड़े हैं, इनका ताल्लुक कहाँ से है और इनको लीड कौन कर रहा था? ये सफ़िया खुद जो है वो रिंग लीडर है।
ये पिंड राया है रायवंड थाने की हदूद में, वहाँ के रहने वाले हैं, वहाँ से ही हमको रेड करके रात को अरेस्ट किया है। और आप आज हम FIR देंगे, उसके बाद भी जो बाकी मेंबर्स हैं गैंग के वो भी हम अरेस्ट करेंगे। मुकदमा किन दफात के तहत दर्ज किया जाएगा इनके खिलाफ? इसमें जो हमारे पास एप्लीकेशन है वो अबडक्शन की भी है कि अगवा किया गया है, और उसके बाद ऑर्गन ट्रांसप्लांट एक्ट है जो FIA की कॉग्निजेंस बनती है, वो हम लीगल राय ले रहे हैं कि हम उसमें FIR दे सकते हैं कि हम सिर्फ जो है वो अबडक्शन वाली FIR देंगे। डॉक्टर्स भी कुछ इसमें मुलविस हैं? जी डॉक्टर्स ऑब्वियसली, आप उसको MBBS डॉक्टर तो नहीं कह सकते, लेकिन शेडी या शैम डॉक्टर ज़रूर हैं जो कोएक्स आप कह सकते हैं, जो इस तमाम धंधे में शामिल होते हैं, क्योंकि उनके बगैर ये ऑपरेशन जो है इम्पॉसिबल है।